ਇੱਕ ਵਿਚਾਰ ਜੋ ਕਰਦਾ ਜੋਗੀ, ਇੱਕ ਵਿਚਾਰ ਵਿੱਚ ਗ੍ਰਿਸਤ ਦੇ ਭੋਗੀ, ਇੱਕ ਵਿਚਾਰ ਰਾਹ ਰੱਬ ਜੋਗੇ, ਇੱਕ ਵਿਚਾਰ ਵਿੱਚ ਡੁੱਬਦਾ ਡੋਬੇ। ਅਮਨ ਬੁੱਝੇ ਮੂਲ ਤੇ ਬਣੇ ਜਾਤ ਸਾਗਰ ਦੀ, ਬਿਨ ਬੁੱਝਿਆਂ ਸਭ ਟੋਏ ਟੋਬੇ, ਬਿਨ ਬੁੱਝਿਆਂ ਸਭ ਟੋਏ ਟੋਬੇ। ਚੈਨਲ ਤੂੰ ਸਤ ਅਖੰਡ ਜੋਤ ਦੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਜੋ ਅੱਜ ਬੋਲਣ ਦਾ ਪਹਿਲੂ ਹੈ ਉਹ ਹੈ ਇੱਕ ਵਿਚਾਰ। ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਜੋ ਕੁਝ ਵੀ ਨਜ਼ਰੀ ਪੈਂਦਾ ਹੈ ਉਸ ਸਭ ਪਿੱਛੇ ਗੁਪਤ ਰੂਪ ਆਧਾਰ ਹੁੰਦਾ ਹੈ ਵਿਚਾਰ। ਇੱਕ ਵਿਚਾਰ ਤੋਂ ਹੀ ਨਵੀਂ ਹੋਂਦ ਦਾ, ਨਵੇਂ ਸਫ਼ਰ ਦਾ ਸਿਰਜਣ ਹੁੰਦਾ ਹੈ। ਇਸ ਸੰਸਾਰ ਵਿੱਚ ਬਣੀ ਹਰ ਇੱਕ ਚੀਜ਼ ਦੀ ਹੋਂਦ ਕਿਸੇ ਵਿਚਾਰ, ਫੁਰਨੇ ਜਾਂ ਸੰਕਲਪ ਕਰਕੇ ਹੋਂਦ ਵਿੱਚ ਆਈ ਹੈ। ਇੱਕ ਵਿਚਾਰ ਹੀ ਹੁੰਦਾ ਹੈ ਜੋ ਕਿਸੇ ਦੀ ਸੋਚ ਵਿੱਚੋਂ ਉੱਠਦਾ ਹੈ ਤਾਂ ਉਸ ਨੂੰ ਮਹਾਨ ਫਿਲੋਸਫਰ ਬਣਾ ਦਿੰਦਾ ਹੈ, ਕਿਸੇ ਨੂੰ ਮਹਾਨ ਕਵੀ ਬਣਾ ਦਿੰਦਾ ਹੈ ਤੇ ਕਿਸੇ ਨੂੰ ਮਹਾਨ ਵਿਗਿਆਨ। ਜਿਵੇਂ ਵਿਗਿਆਨੀ ਨਿਊਟਨ ਦੇ ਦਿਮਾਗ ਵਿੱਚ ਦਰਖਤ ਤੋਂ ਹੇਠਾਂ ਡਿੱਗਦੇ ਸੇਬ ਨੂੰ ਵੇਖ ਕੇ ਇੱਕ ਵਿਚਾਰ ਹੀ ਤਾਂ ਆਇਆ ਸੀ ਜਿਸ ਨੇ ਉਸ ਦੇ ਖੋਜ ਦੇ ਸਫ਼ਰ ਨੂੰ ਅਗਾਂਹ ਤੋਰ ਉਸ ਨੂੰ ਮਹਾਨ ਵਿਗਿਆਨੀ ਬਣਾ ਦਿੱਤਾ ਸੀ। ਇੱਕ ਵਿਚਾਰ ਹੀ ਹੁੰਦਾ ਹੈ ਜੋ ਫਰਸ਼ਾਂ ਤੇ ਬੈਠਿਆਂ ਨੂੰ ਅਰਸ਼ਾਂ ਵੱਲ ਤੋਰ ਦਿੰਦਾ ਹੈ ਤੇ ਅਰਸ਼ਾਂ ਤੇ ਬੈਠਿਆਂ ਨੂੰ ਫਰਸ਼ਾਂ ਦਾ ਚਸਕਾ ਲਾ ਦਿੰਦਾ ਹੈ। ਤੇ ਫਿਰ ਜੇ ਸੰਸਾਰੀ ਜੀਵਨ ਇੱਕ ਵਿਚਾਰ ਨਾਲ ਮੋੜ ਲੈਂਦਾ ਹੈ ਤਾਂ ਮੋੜ ਰੂਹਾਨੀਅਤ ਨੂੰ, ਰੂਹਦਾਰੀ ਨੂੰ ਵੀ ਇੱਕ ਵਿਚਾਰ ਹੀ ਦਿੰਦਾ ਹੈ। ਇੱਕ ਵਿਚਾਰ ਹੀ ਸੀ ਜੋ ਮਹਿਲਾਂ ਵਿੱਚੋਂ ਠਾਠ ਬਾਠ ਨਾਲ ਬਾਹਰ ਨਿਕਲੇ ਰਾਜਕੁਮਾਰ ਦੇ ਜ਼ਿਹਨ ਵਿੱਚ ਬਿਮਾਰ ਬਜ਼ੁਰਗ ਤੇ ਮਰੇ ਹੋਏ ਇਨਸਾਨ ਦੀ ਜਾਂਦੀ ਅਰਥੀ ਵੱਲ ਵੇਖ ਕੇ ਆਇਆ ਸੀ, ਜਿਸ ਨੇ ਉਸ ਨੂੰ ਮਹਿਲ ਮਾੜੀਆਂ ਛਡਾ ਰੂਹਾਨੀਅਤ ਦੇ ਰਾਹ ਤੋਰ ਦਿੱਤਾ ਸੀ, ਮਹਾਤਮਾ ਬੁੱਧ ਬਣਾ ਦਿੱਤਾ ਸੀ। ਜੇ ਵੇਖਿਆ ਜਾਏ ਤਾਂ ਇੱਕ ਵਿਚਾਰ ਹੀ ਹੈ ਜੋ ਇਨਸਾਨ ਨੂੰ ਅਧਿਆਤਮਿਕਤਾ ਦੇ ਰਾਹ ਤੋਰਦਾ ਹੈ, ਜੋ ਇਨਸਾਨ ਨੂੰ ਉੱਚ ਬੌਧਿਕ ਦਾਰਸ਼ਨਿਕ ਬਣਾਉਂਦਾ ਹੈ। ਤੇ ਉਹ ਵੀ ਇੱਕ ਵਿਚਾਰ ਹੀ ਹੁੰਦਾ ਹੈ ਜੋ ਇਨਸਾਨ ਨੂੰ ਗਲਤ ਪਾਸੇ ਲੈ ਜਾ ਇਨਸਾਨ ਦਾ ਜੀਵਨ ਬਰਬਾਦ ਕਰ ਦਿੰਦਾ ਹੈ। ਜਦੋਂ ਕੋਈ ਵੀ ਵਿਚਾਰ ਸਾਡੀ ਸਵੈ ਪੱਖੀ ਸੋਚ ਜਰੀਏ, ਸਾਡੇ ਬਾਹਰੀ ਸੰਸਾਰ ਨਾਲ ਬਣੇ ਬਾਹਰੀ ਮੇਲ ਜੋਲ ਜਰੀਏ ਜਾਂ ਕਿਸੇ ਵੀ ਹੋਰ ਤਰੀਕੇ ਸਾਡੇ ਦਿਮਾਗ ਵਿੱਚ, ਸਾਡੀ ਸੋਚ ਵਿੱਚ ਆਪਣਾ ਕੋਈ ਵਜੂਦ ਸਿਰਜਦਾ ਹੈ ਤਾਂ ਉਸ ਦੀ ਤੋਰ, ਉਸ ਦੀ ਚਾਲ ਸਾਡੇ ਦਿਮਾਗ 'ਚ, ਸਾਡੇ ਜ਼ਿਹਨ ਵਿੱਚ ਚੱਲਣਾ ਸ਼ੁਰੂ ਕਰਦੀ ਹੈ। ਭਾਵ ਕਿ ਸਾਡੇ ਅੰਦਰ ਚਾਲ ਫੜਦੀ ਹੈ ਤਾਂ ਆਟੋਮੈਟਿਕਲੀ ਸਾਡੀ ਪੂਰੀ ਮੈਂਟਲ ਐਨਰਜੀ ਉਸ ਵਿਚਾਰ ਨਾਲ ਜੁੜ ਜਾਂਦੀ ਹੈ, ਜਿਸ ਦੇ ਫਲਸਰੂਪ ਉਸ ਇੱਕ ਵਿਚਾਰ ਨਾਲ ਉਸ ਦੀ ਸਮ ਸ਼੍ਰੇਣੀ ਦੇ ਕਈ ਵਿਚਾਰ ਆ ਕੇ ਗਠਬੰਧਨ ਕਰ ਲੈਂਦੇ ਹਨ ਤੇ ਫਿਰ ਉਹ ਸੰਗਠਿਤ ਹੋਇਆ ਵਿਚਾਰਾਂ ਦਾ ਸਮੂਹ ਸਾਡੀ ਜ਼ਿਹਨੀਅਤ ਤੇ, ਸਾਡੀ ਸੋਚਣ ਸਮਝਣ ਦੀ ਸ਼ਮਤਾ ਤੇ ਇਸ ਕਦਰ ਹਾਵੀ ਹੁੰਦੇ ਹਨ ਕਿ ਉਹ ਸਾਨੂੰ ਹੀ ਆਪਣਾ ਗੁਲਾਮ ਬਣਾ ਲੈਂਦੇ ਹਨ ਤੇ ਅਸੀਂ ਗੁਲਾਮਾਂ ਵਾਂਗ ਉਸ ਇੱਕ ਵਿਚਾਰ ਵਿਚਲੇ ਮਨਸੂਬੇ ਨੂੰ ਆਪਣੇ ਹੱਥੀਂ ਕਰਮਗਤੀ ਵਿੱਚ ਢਾਲਣ ਲਈ ਮਜਬੂਰ ਹੋ ਜਾਂਦੇ ਹਾਂ। ਇੱਕ ਵਿਚਾਰ ਨਾਲ ਜਦੋਂ ਦਿਲ ਦਿਮਾਗ ਦਾ ਪੂਰਨ ਸਹਿਯੋਗ ਹੋ ਜਾਂਦਾ ਹੈ ਤਾਂ ਨਿੱਕਾ ਜਿਹਾ ਇੱਕ ਵਿਚਾਰ ਵੀ ਇੰਨਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਕਿ ਉਹ ਜੀਵਨ ਦੀ ਪੂਰੀ ਨੁਹਾਰ ਬਦਲ ਸਕਦਾ ਹੈ। ਉਹ ਭਾਵੇਂ ਮਾੜੇ ਰੂਪ ਵਿੱਚ ਹੋਵੇ ਜਾਂ ਚੰਗੇ ਰੂਪ ਵਿੱਚ, ਪਰ ਬਦਲਣ ਦੀ ਸ਼ਮਤਾ ਵਿਚਾਰ ਵਿੱਚ ਜ਼ਰੂਰ ਹੁੰਦੀ ਹੈ। ਹੁਣ ਇਹਨਾਂ ਸਾਰੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਇੱਕ ਪਲ ਲਈ ਇੱਕ ਗੱਲ ਵਿਚਾਰ ਕੇ ਵੇਖੀਏ ਕਿ ਜੇ ਇੱਕ ਵਿਚਾਰ ਇੰਨਾ ਪਾਵਰਫੁਲ ਹੁੰਦਾ ਹੈ ਤਾਂ ਅਸੀਂ ਤਾਂ ਪਤਾ ਨਹੀਂ ਦਿਨ ਵਿੱਚ ਕਿੰਨੇ ਫਜ਼ੂਲ ਵਿਚਾਰਾਂ ਨੂੰ, ਜਿਨ੍ਹਾਂ ਦਾ ਅਸਲੀਅਤ ਨਾਲ, ਜਿਨ੍ਹਾਂ ਦਾ ਅਸਲ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੁੰਦਾ, ਉਹਨਾਂ ਨੂੰ ਆਪਣੇ ਦਿਮਾਗ ਵਿੱਚ ਥਾਂ ਦਿੰਦੇ ਹਾਂ। ਉਹਨਾਂ ਨੂੰ ਸਜਾ ਸਵਾਰ ਕੇ ਆਪਣੇ ਦਿਮਾਗ ਅੰਦਰ ਆਪ ਫੜ ਬਿਠਾਉਂਦੇ ਹਾਂ। ਪਰ ਖੁਦਾ ਨਾ ਖਾਸਤਾ ਜੇ ਕਿਤੇ ਉਹ ਵਿਚਾਰ ਸਾਡੀ ਮੈਂਟਲ ਐਨਰਜੀ ਨਾਲ, ਭਾਵ ਕਿ ਸਾਡੀ ਦਿਮਾਗੀ ਊਰਜਾ ਨਾਲ ਚਾਲ ਫੜ ਕੇ ਘੁੰਮ ਗਏ ਤਾਂ ਸਾਡਾ ਕੀ ਬਣੂ? ਅੱਜ ਅਸੀਂ ਜਿਸ ਨੂੰ ਪਾਗਲ ਕਹਿੰਦੇ ਹਾਂ, ਮੈਂਟਲੀ ਅਪਸੈਟ ਕਹਿੰਦੇ ਹਾਂ, ਉਹ ਕੀ ਹੈ? ਉਹ ਵੀ ਤਾਂ ਇੱਕ ਵਿਚਾਰਾਂ ਦਾ ਨਿਯੰਤਰਣ ਤੋਂ ਬਾਹਰ ਹੋਇਆ ਫਲੋ ਏ ਜਿਹੜਾ ਕੰਟਰੋਲ ਵਿੱਚ ਨਹੀਂ ਰਿਹਾ। ਜੇ ਕਦੀ ਗਹਿਰੇ ਹੋ ਵਾਚੀਏ ਤਾਂ ਸਾਡਾ ਜੀਵਨ, ਸਾਡੇ ਜੀਵਨ ਦੀ ਕਾਰਜਕੁਸ਼ਲਤਾ, ਸਾਡਾ ਚੰਗਾ ਮਾੜਾ, ਸਾਡਾ ਅੱਜ, ਸਾਡਾ ਕੱਲ, ਸਭ ਕੁਝ ਵਿਚਾਰਾਂ ਦੀ ਬੁਨਿਆਦ ਤੇ ਖੜਾ ਹੈ। ਇਸ ਕਰਕੇ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਵਿਚਾਰਾਂ ਤੇ ਵਿਚਾਰ ਕਰੀਏ,
ਆਪਣੇ ਦਿਮਾਗ ਅੰਦਰ, ਆਪਣੀ ਸੋਚ ਅੰਦਰ ਉੱਠਦੇ ਇੱਕ ਵਿਚਾਰ ਨੂੰ ਗਹਿਰਾਈ ਨਾਲ ਗਹਿਰੇ ਹੋ ਵਾਚੀਏ ਤੇ ਸੋਚੀਏ ਕਿ ਕਿਹੜਾ ਵਿਚਾਰ ਕਿੱਥੋਂ ਉੱਠ ਰਿਹਾ ਹੈ, ਕਿਸ ਤਰ੍ਹਾਂ ਉੱਠ ਰਿਹਾ ਹੈ ਤੇ ਸਾਨੂੰ ਕਿੱਥੇ ਖੜ ਰਿਹਾ ਹੈ। ਪਰ ਇਹ ਸਭ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਪੂਰਨ ਜਾਗਰਤੀ ਨਾਲ ਆਪਣੇ ਵਿਚਾਰਾਂ ਦੇ, ਆਪਣੀ ਸੋਚ ਦੇ ਸਿਰ ਤੇ ਖੁਦ ਆਪ ਖੜੇ ਹੋਵਾਂਗੇ। ਸੋ ਆਖੀਰ ਸਾਡੇ ਸਭ ਲਈ ਜ਼ਰੂਰੀ ਹੈ ਕਿ ਅਸੀਂ ਸੰਜੀਦਗੀ ਨਾਲ ਗਹਿਰੇ ਹੋ ਆਪਣੇ ਅੰਦਰ ਨੂੰ ਵਾਚੀਏ ਤੇ ਸੋਚ ਕਰਕੇ, ਦਿਲ ਦਿਮਾਗ ਕਰਕੇ ਆਪਣੇ ਆਪ ਨੂੰ ਚੱਤੇ ਪੈਰ ਸਤਿ ਸ੍ਰੀ ਅਕਾਲ ਪੁਰਖ, ਸਤਿਪੁਰਖ ਪਿਤਾ ਜੀ ਦੀ ਹਜ਼ੂਰੀ 'ਚ ਹਾਜ਼ਰ ਰੱਖੀਏ, ਤਾਂ ਜੋ ਸਾਡੇ ਦਿਲ ਦਿਮਾਗ 'ਚ ਕਦੀ ਕੋਈ ਮਾੜਾ, ਕੋਈ ਗੈਰ ਪ੍ਰਭਾਵੀ, ਕੋਈ ਖਤਰਨਾਕ ਵਿਚਾਰ ਆਵੇ ਹੀ ਨਾ। ਤੇ ਜੇ ਕਿਤੇ ਕਿਸੇ ਪਲ ਕੋਈ ਆ ਵੀ ਜਾਂਦਾ, ਉਸ ਵਿਚਾਰ ਨੂੰ ਕੰਟਰੋਲ ਕਰਨ ਲਈ ਆਪਣੇ ਦਿਮਾਗ ਨੂੰ, ਆਪਣੀ ਸੂਝ ਸਮਝ ਨੂੰ, ਆਪਣੀ ਸੋਚ ਨੂੰ ਸਤਿਗੁਣੀ ਤਕਨੀਕਾਂ, ਤਜਵੀਜ਼ਾਂ 'ਚ ਸਤ ਸਰੂਪ ਸਤਿਪੁਰਖ ਪਿਤਾ ਜੀ ਦੀ ਰੂਹਾਨੀਅਤ ਪ੍ਰਥਾਏ, ਰੂਹਦਾਰੀ ਦੀ, ਅਧਿਆਤਮਿਕਤਾ ਦੀ ਪੜ੍ਹਾਈ ਕਢਾਈ 'ਚ ਇਸ ਤਰ੍ਹਾਂ ਪਰਪੱਕ ਕਰਕੇ ਰੱਖੀਏ ਕਿ ਕਦੀ ਕੋਈ ਨਕਾਰਾਤਮਕ ਵਿਚਾਰ ਸਾਡੇ ਤੇ ਆਪਣਾ ਪ੍ਰਭਾਵ ਨਾ ਪਾ ਸਕੇ ਤੇ ਅਸੀਂ ਸਦਾ ਲਈ ਗੈਰ ਪ੍ਰਭਾਵੀ ਬਿਰਤੀਆਂ ਤੋਂ ਲਾਂਭੇ ਹੋ ਨਿੱਜ ਦੇ ਸਕੂਨ ਸਰੂਰ ਨੂੰ ਮਾਣ ਸਦਾ ਲਈ ਨਿੱਜ ਦੇ ਨਿੱਜੀ ਘਰ ਵਿੱਚ ਰਹੀਏ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।